ਇਹ ਜਥੇਬੰਦੀ ਆ ਜਿਹੜੀ ਸਿਆਸਤ ਦੇ ਵਿੱਚ ਜਿਹੜਾ ਵਾ ਆਪਣੀ ਆਮਦ ਕਰੇਗੀ। ਚਾਹੇ ਕਿ ਬੱਬੂ ਮਾਨ ਨੇ ਸਿੱਧੇ ਰੂਪ ਦੇ ਵਿੱਚ ਇੱਕ ਗੱਲ ਕਰ ਦਿੱਤੀ ਹੈ ਕਿ ਉਹ ਆਗਾਮੀ ਚੋਣਾਂ ਨਹੀਂ ਲੜਨਗੇ, ਉਹ ਰਾਜਨੀਤੀ ਦੇ ਵਿੱਚ ਨਹੀਂ ਆਣਗੇ। ਸਿੱਧੇ ਰੂਪ ਦੇ ਵਿੱਚ ਬੱਬੂ ਮਾਨ ਵੀ ਜਿਹੜੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਆਮਦ ਕਰ ਚੁੱਕੇ ਨੇ। ਪੰਜਾਬ ਸਰਕਾਰ ਦੀ ਅਸੀਂ ਗੱਲ ਕਰ ਲਈਏ ਜਾਂ ਦੂਜਿਆਂ ਸੂਬਿਆਂ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ, ਉਹਨਾਂ ਨੇ ਕਦੀ ਵੀ ਖੁਦ ਪੰਚਾਂ ਸਰਪੰਚਾਂ ਦੀਆਂ ਚੋਣਾਂ ਨਹੀਂ ਲੜਨੀਆਂ ਹੁੰਦੀਆਂ। ਇਸ ਕਰਕੇ ਉਹਨਾਂ ਨੇ ਉੱਥੇ ਦਾ 50% ਜਿਹੜੀਆਂ ਸੀਟਾਂ ਰਿਜ਼ਰਵ ਕਰ ਦਿੱਤੀਆਂ ਨੇ। ਰੁਜ਼ਗਾਰ ਦੀ ਮੰਗ ਕਰਨੀ ਚਾਹੀਦੀ ਹੈ, ਨਾ ਕਿ ਜਿਹੜਾ ਮੁਫਤ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਰੋਟੀਆਂ ਖਾਣ ਦੀ ਆਦਤ ਪਾਣੀ ਚਾਹੀਦੀ ਹੈ। ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਵਾ ਇਹਨਾਂ ਮੁਫਤਖੋਰ ਸਰਕਾਰਾਂ ਦੇ ਐਲਾਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਸੰਦੀਪ ਸਿੰਘ ਪ੍ਰੋਗਰਾਮ ਖਬਰ ਚਰਚਾ ਲੈ ਕੇ ਹਾਜ਼ਰ ਹਾਂ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਖਬਰਾਂ ਜਾਂ ਉਹਨਾਂ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਹਾਂ ਜਿਹੜੇ ਸਮਾਜ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਦੋਸਤੋ, ਅੱਜ ਅਸੀਂ ਜਦੋਂ ਅਜੋਕੇ ਸਮਾਜ ਦੀ ਤਸਵੀਰ ਦੇਖਦੇ ਹਾਂ ਤਾਂ ਬਹੁਤ ਸਾਰਾ ਕੁਝ ਅਜਿਹਾ ਵਾਪਰਦਾ ਪਿਆ ਵਾ ਜਿਸ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੇ ਜਿਹੜੇ ਸੰਕੇਤ ਦੇ ਦਿੱਤੇ ਨੇ। ਅਸੀਂ ਗੱਲ ਜਦੋਂ ਸਿਆਸਤ ਦੇ ਪੱਖ ਤੋਂ ਕਰੀਏ ਤਾਂ ਜਿਹੜੇ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਨੇ ਬੱਬੂ ਮਾਨ, ਉਹਨਾਂ ਨੇ ਵੀ ਅਸਿੱਧੇ ਰੂਪ ਦੇ ਵਿੱਚ ਜਿਹੜਾ ਰਾਜਨੀਤੀ ਦੇ ਵਿੱਚ ਕਦਮ ਰੱਖ ਲਿਆ ਵਾ। ਜੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਜਿਹੜੇ ਆ 100 ਵਰੇ ਜਿਹੜੇ ਆ ਪੂਰੇ ਹੋਣ ਦੇ ਉੱਪਰ ਖੁਸ਼ੀ ਮਨਾ ਰਹੀ ਹੈ, ਭਾਵੇਂ ਕਿ ਹਾਲਤ ਇਸ ਵੇਲੇ ਕੀ ਹੈ। ਇਸ ਤੋਂ ਇਲਾਵਾ ਕਿਸਾਨੀ ਨੇਤਾਵਾਂ ਦੇ ਵਿੱਚ ਇਸ ਵੇਲੇ ਕੀ ਚੱਲਦਾ ਪਿਆ ਵਾ, ਕਿਤੇ ਨਾ ਕਿਤੇ ਸ਼ੁਭ ਸੰਕੇਤ ਦਿਖਾਈ ਨਹੀਂ ਦੇ ਰਹੇ, ਅੰਦਰੂਨੀ ਫੁੱਟ ਹੈ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਅਸੀਂ ਕੇਂਦਰ ਸਰਕਾਰ ਦੀ ਲਖੀਮਪੁਰ ਘਟਨਾ ਵਾਲੇ ਪੱਖ ਤੋਂ ਦੇਖੀਏ ਤਾਂ ਉੱਥੇ ਵੀ ਕੇਂਦਰ ਸਰਕਾਰ ਨੂੰ ਜਿਹੜਾ ਵਾ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ। ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਸ ਵਿੱਚ ਇੱਕ ਨਵੀਂ ਆਮਦ ਹੋਈ ਹੈ, ਜਿਸ ਮੰਚ ਦਾ ਨਾਮ ਜਾਂ ਜਿਸ ਜਥੇਬੰਦੀ ਦਾ ਨਾਮ ਰੱਖਿਆ ਗਿਆ ਵਾ ਜੂਝਦਾ ਪੰਜਾਬ ਜਥੇਬੰਦੀ। ਇਸ ਜਥੇਬੰਦੀ ਨੂੰ ਜੇ ਅਸੀਂ ਦੇਖੀਏ ਤਾਂ ਬੱਬੂ ਮਾਨ ਦੀ ਇੱਕ ਵਡੇਰੀ ਭੂਮਿਕਾ ਇਸ ਵਿੱਚ ਨਜ਼ਰ ਆ ਰਹੀ ਹੈ। ਚਾਹੇ ਕਿ ਮੰਚ ਦੇ ਉੱਪਰ ਬੱਬੂ ਮਾਨ ਦੇ ਨਾਲ ਹੋਰ ਵੀ ਕੁਝ ਗਾਇਕ, ਕੁਝ ਬੁੱਧੀਜੀਵੀ, ਕੁਝ ਮਾਹਰ, ਕੁਝ ਅਰਥ ਸ਼ਾਸਤਰੀ ਵਗੈਰਾ ਬੈਠੇ ਹੋਏ ਸਨ, ਪਰ ਇਹਦੇ ਵਿੱਚ ਆਪਾਂ ਦੇਖੀਏ ਕਿ ਜਿਹੜਾ ਇੱਕ ਸਾਰਿਆਂ ਦਾ ਧਿਆਨ ਕੇਂਦਰ ਸੀ ਉਹ ਬੱਬੂ ਮਾਨ ਵੱਲ ਸੀ। ਚਾਹੇ ਕਿ ਬੱਬੂ ਮਾਨ ਨੇ ਇਸ ਦੇ ਵਿੱਚ ਥੋੜ੍ਹਾ ਘੱਟ ਹੀ ਬੋਲਿਆ, ਜਾਏ ਗੱਲਬਾਤ ਜ਼ਿਆਦਾ ਦੂਸਰਿਆਂ ਨੇ ਕੀਤੀ। ਪਰ ਅਸੀਂ ਦੇਖੀਏ ਕਿ ਇਸ ਜਥੇਬੰਦੀ ਦਾ ਜਿਹੜਾ ਉਦੇਸ਼ ਕੀ ਹੈ, ਕਿਸ ਮਕਸਦ ਨੂੰ ਲੈ ਕੇ ਜਿਹੜੀ ਹੈ ਜਥੇਬੰਦੀ ਚੱਲਣੀ ਦੀਆਂ ਗੱਲਾਂ ਕਰਦੀ ਪਈ ਹੈ। ਤਾਂ ਇਸ ਜਥੇਬੰਦੀ ਦੀ ਜਿਹੜੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ, ਕੁੱਲ ਮਿਲਾ ਕੇ ਨਿਕਲਿਆ ਕਿ ਉਸ ਦੇ ਵਿੱਚੋਂ ਨਿਕਲਿਆ ਇੱਕ ਤਾਂ ਇੱਕ ਪੱਖ ਤਾਂ ਇਹ ਨਿਕਲਦਾ ਪਿਆ ਦਿਖਾਈ ਦੇ ਰਿਹਾ ਵੈ ਕਿ ਇਹ ਜਥੇਬੰਦੀ ਹੈ ਜਿਹੜੀ ਸਿਆਸਤ ਦੇ ਵਿੱਚ ਜਿਹੜਾ ਵਾ ਆਪਣੀ ਆਮਦ ਕਰੇਗੀ। ਚਾਹੇ ਕਿ ਬੱਬੂ ਮਾਨ ਨੇ ਸਿੱਧੇ ਰੂਪ ਦੇ ਵਿੱਚ ਇੱਕ ਗੱਲ ਕਰ ਦਿੱਤੀ ਹੈ ਕਿ ਉਹ ਆਗਾਮੀ ਚੋਣਾਂ ਨਹੀਂ ਲੜਨਗੇ, ਉਹ ਰਾਜਨੀਤੀ ਦੇ ਵਿੱਚ ਨਹੀਂ ਆਣਗੇ, ਉਹ ਪਿੱਛੇ ਰਹਿ ਕੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਤਾਂ ਕੁੱਲ ਮਿਲਾ ਕੇ ਅਸਿੱਧੇ ਰੂਪ ਦੇ ਵਿੱਚ ਬੱਬੂ ਮਾਨ ਵੀ ਜਿਹੜੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਆਮਦ ਕਰ ਚੁੱਕੇ ਨੇ। ਚਾਹੇ ਕਿ ਉਹ ਆਪਣੀ ਗੱਲਬਾਤ ਨੂੰ ਬਦਲ ਲੈਂਦੇ ਨੇ, ਇਹ ਗੱਲ ਕਹਿ ਕੇ ਕਿ ਮੈਂ ਸਿਆਸਤ ਦੇ ਵਿੱਚ ਨਹੀਂ ਆਵਾਂਗਾ, ਮੈਂ ਕਲਾਕਾਰ ਹੀ ਜਾਂ ਗਾਇਕ ਹੀ ਠੀਕ ਆ। ਪਰ ਦੂਸਰੇ ਪੱਖ ਤੋਂ ਦੇਖੀਏ ਇਸ ਜਥੇਬੰਦੀ ਦਾ ਜਿਹੜਾ ਪੂਰੀ ਪ੍ਰੈਸ ਕਾਨਫਰੰਸ 'ਚ ਕੁਝ ਗੱਲਾਂ ਨਿਕਲੀਆਂ ਜਿਹੜੀਆਂ ਤੁਹਾਡੇ ਨਾਲ ਅਸੀਂ ਇੱਥੇ ਸਾਂਝੀਆਂ ਕਰਦੇ ਹਾਂ। ਇੱਕ ਵੱਡੀ ਗੱਲ ਨਿਕਲ ਕੇ ਇਹ ਸਾਹਮਣੇ ਆਈ ਕਿ ਚੋਣ ਵਾਅਦੇ, ਜਿਹੜਾ ਚੋਣ ਮੈਨੀਫੈਸਟੋ ਹੈ, ਉਹਨੂੰ ਕਾਨੂੰਨੀ ਰੂਪ ਦਿੱਤਾ ਜਾਵੇ। ਕੋਈ ਵੀ ਜੇ ਵਿਧਾਇਕ ਜਾਂ ਪਾਰਟੀ ਜਿਹੜਾ ਵੀ ਵਾਅਦਾ ਕਰਦਾ ਪਿਆ ਵਾ ਚੋਣਾਂ ਦੇ ਨਾਮ ਦੇ ਉੱਪਰ, ਜੇ ਉਹ ਪੂਰੇ ਨਹੀਂ ਕਰਦਾ ਤਾਂ ਉਹਨੂੰ ਕੁਰਸੀ ਤੋਂ ਉਤਾਰ ਦੇਣਾ ਚਾਹੀਦਾ ਵਾ। ਉਤਾਰ ਦਿੱਤੇ ਜਾਣ ਦੀ ਪਾਵਰ ਹੋਣੀ ਚਾਹੀਦੀ ਹੈ, ਜਾਂ ਆਪਾਂ ਕਹਿ ਲਈਏ ਕਿ ਉਹਨੂੰ ਕੁਰਸੀ ਖਾਲੀ ਕਰਨੀ ਪਵੇਗੀ ਜੇ ਉਹ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰਦਾ। ਦੋਸਤੋ, ਭਾਰਤੀ ਸੰਵਿਧਾਨ ਦੇ ਵਿੱਚ ਅਜੇ ਤੱਕ ਕੋਈ ਵੀ ਅਜਿਹਾ ਧਾਰਾ ਜਾਂ ਕੋਈ ਵੀ ਵਿਧਾਨ ਨਹੀਂ ਹੈ ਕਿ ਜਿਸ ਵਿੱਚ ਇਹ ਗੱਲ ਲਿਖੀ ਹੋਵੇ ਕਿ ਜੇ ਕੋਈ MLA MP ਆਪਣੇ ਵਾਅਦੇ ਪੂਰੇ ਨਹੀਂ ਕਰਦਾ ਤਾਂ ਜਨਤਾ ਨੂੰ ਉਸ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੈ। ਕੁਝ ਦੇਸ਼ਾਂ ਦੇ ਸੰਵਿਧਾਨ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਸਵਿਟਜ਼ਰਲੈਂਡ ਦਾ ਸੰਵਿਧਾਨ ਹੈ, ਉਸ ਵਿੱਚ ਲੋਕਾਂ ਦੇ ਕੋਲ ਪਾਵਰ ਹੈ ਕਿ ਲੋਕਾਂ ਦੇ ਕੋਲ ਸ਼ਕਤੀ ਹੈ ਕਿ ਜੇ MLA ਜਾਂ MP ਜੋ ਵੀ ਉੱਧਰ ਕਹਿੰਦੇ ਹੋਣਗੇ ਚੁਣਿਆ ਹੋਇਆ ਨੁਮਾਇੰਦਾ ਉਹਨਾਂ ਦੇ ਮੁਤਾਬਿਕ ਕੰਮ ਨਹੀਂ ਕਰਦਾ ਤਾਂ ਉਹਨੂੰ ਵਾਪਸ ਬੁਲਾ ਲਿਆ ਸਕਦਾ ਵੈ। ਪਰ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਐਵੇਂ ਦਾ ਜਿਹੜਾ ਪ੍ਰੋਵੀਜ਼ਨ ਨਹੀਂ ਹੈ। ਪਰ
ਇੱਕ ਚੰਗਾ ਨੁਕਤਾ ਵੈ ਜਿਹੜਾ ਉਹ ਬੱਬੂ ਮਾਨ ਦੀ ਇਸ ਜਥੇਬੰਦੀ ਨੇ ਪੇਸ਼ ਕੀਤਾ ਵੈ। ਇਸ ਤੋਂ ਇਲਾਵਾ ਉਹਨਾਂ ਨੇ ਸੰਗੀ ਢਾਂਚੇ ਦੀ ਬਹਾਲੀ ਦੀ ਵੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਲਈ ਇੱਕ ਪਾਲਿਸੀ ਤਿਆਰ ਕਰਨ ਦੀਆਂ ਗੱਲਾਂ ਵੀ ਇਸ ਪ੍ਰੈਸ ਕਾਨਫਰੰਸ 'ਚ ਸਾਹਮਣੇ ਆਉਂਦੀਆਂ ਨੇ, ਕਿਉਂਕਿ ਇਹ ਜਿਹੜੀ ਵੀ ਜਥੇਬੰਦੀ ਦੀ ਆਪਾਂ ਗੱਲ ਕਰਦੇ ਪਏ ਇਹਦਾ ਆਧਾਰ ਜਿਹੜਾ ਵਾ ਕਿਸਾਨੀ ਅੰਦੋਲਨ ਹੈ, ਕਿਉਂਕਿ ਕਿਸਾਨੀ ਅੰਦੋਲਨ ਜਿਹੜਾ 1 ਸਾਲ ਤੋਂ ਜ਼ਿਆਦਾ ਸਮਾਂ ਚੱਲਿਆ ਤੇ ਸਫਲਤਾ ਵੀ ਇਸ ਵਾਰ ਮਿਲੀ। ਉਹਦੇ ਵਿੱਚੋਂ ਇਹ ਜਿਹੜੀਆਂ ਨੇ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਖੇਤੀਬਾੜੀ ਦੇ ਲਈ ਇੱਕ ਪਾਲਿਸੀ ਤਿਆਰ ਕੀਤੀ ਜਾਵੇ ਤਾਂ ਜੋ ਜਿਹੜਾ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਜਿਹੜਾ ਜਾਂ ਕਿਸਾਨੀ ਦਾ ਜਿਹੜਾ ਵਾ ਨੁਕਸਾਨ ਨਾ ਹੋਵੇ। ਇੱਕ ਵੱਡੀ ਗੱਲ ਇਹਦੇ ਵਿੱਚ ਇਹ ਵੀ ਨਿਕਲ ਕੇ ਆਈ ਕਿ 33% ਸੀਟਾਂ ਨੇ ਜਿਹੜੀਆਂ ਉਹ ਔਰਤਾਂ ਦੇ ਲਈ ਰਾਖਵੀਆਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇੱਥੇ ਇੱਕ ਆਪਾਂ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤੀ ਸੰਵਿਧਾਨ ਦੀ ਜਿਹੜੀ ਧਾਰਾ 15 ਹੈ ਉਹ ਭਾਰਤੀ ਸੰਵਿਧਾਨ ਨੂੰ ਦੇ ਵਿੱਚ ਇਹ ਗੱਲ ਕਹਿੰਦੀ ਹੈ, ਭਾਰਤੀ ਸੰਵਿਧਾਨ ਦੀ ਧਾਰਾ 15 ਕਿ ਔਰਤਾਂ ਦੇ ਲਈ ਸਪੈਸ਼ਲ ਪ੍ਰੋਵੀਜ਼ਨ ਬਣਾਏ ਜਾ ਸਕਦੇ ਨੇ, ਪਰ ਅੱਜ ਵੀ ਜਿਹੜੀ ਹੈ 33% ਰੈਜ਼ਰਵੇਸ਼ਨ ਜਿਹੜੀ ਹੈ ਸੀਟਾਂ ਦੇ ਵਿੱਚ ਦੇਣੀ, ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਦੇਣੀ ਅਜੇ ਵੀ ਅਮਲੀ ਰੂਪ ਦੇ ਵਿੱਚ ਲਾਗੂ ਨਹੀਂ ਹੋਈ। ਚਾਹੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਵੱਡੇ ਵੱਡੇ ਹੋਰਡਿੰਗ ਲੱਗੇ ਨਜ਼ਰ ਆ ਰਹੇ ਨੇ ਕਿ 50% ਜਿਹੜੇ ਸਰਪੰਚ ਤੇ ਪੰਚ ਨੇ ਉਹ ਮਹਿਲਾਵਾਂ ਹਨ। ਨੌਕਰੀਆਂ ਦੇ ਵਿੱਚ ਵੀ ਜਿਹੜੀ ਭਰਾ ਮਾਰੂ ਜੰਗ ਸ਼ੁਰੂ ਕੀਤੀ ਗਈ, ਉਹਨਾਂ ਦੇ ਵਿੱਚ ਵੀ ਕੋਟਿਆਂ ਦੇ ਵਿੱਚ ਅੱਗੇ ਸਭ ਕੋਟੇ ਰੱਖ ਦਿੱਤੇ ਗਏ, ਪਰ ਅਜੇ ਤੱਕ ਵਿਧਾਨ ਸਭਾ ਜਾਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਜਾਂ ਵਿਧਾਨ ਪਰਿਸ਼ਦ ਦੇ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਸ ਦੀ ਇੱਕ ਜਿਹੜੀ ਵੱਡੀ ਗੱਲ ਕਾਰਨ ਇਹ ਮੰਨਿਆ ਜਾਂਦਾ ਵੈ ਕਿ ਪੰਜਾਬ ਸਰਕਾਰ ਦੀ ਅਸੀਂ ਗੱਲ ਕਰ ਲਈਏ ਜਾਂ ਦੂਜਿਆਂ ਸੂਬਿਆਂ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ, ਉਹਨਾਂ ਨੇ ਕਦੀ ਵੀ ਖੁਦ ਪੰਚਾਂ ਸਰਪੰਚਾਂ ਦੀਆਂ ਚੋਣਾਂ ਨਹੀਂ ਲੜਨੀਆਂ ਹੁੰਦੀਆਂ। ਇਸ ਕਰਕੇ ਉਹਨਾਂ ਨੇ ਉੱਥੇ ਦਾ 50% ਜਿਹੜੀਆਂ ਸੀਟਾਂ ਰਿਜ਼ਰਵ ਕਰ ਦਿੱਤੀਆਂ ਨੇ, ਪਰ ਜਿਹੜੀ ਵਿਧਾਨ ਸਭਾ ਜਿਨ੍ਹਾਂ ਦੀ ਚੋਣ ਉਹਨਾਂ ਨੇ ਖੁਦ ਲੜਨੀ ਹੈ ਉੱਥੇ ਉਹਨਾਂ ਨੇ ਅਜੇ ਤੱਕ ਇਸ ਪ੍ਰੋਵੀਜ਼ਨ ਨੂੰ ਲਾਗੂ ਨਹੀਂ ਕੀਤਾ। ਤੇ ਭਾਰਤੀ ਸੰਵਿਧਾਨ ਦੇ ਵਿੱਚ ਅਜੇ ਗੱਲ ਕੀਤੀ ਗਈ ਹੈ ਕਿ ਉਹਨਾਂ ਵਾਸਤੇ ਸਪੈਸ਼ਲ ਪ੍ਰੋਵੀਜ਼ਨ ਬਣਾਉਣੇ ਚਾਹੀਦੇ ਨੇ। ਤਾਂ ਇਸ ਪ੍ਰੋਵੀਜ਼ਨ ਦੀ ਆਪਾਂ ਗੱਲ ਕਰੀਏ ਕਿ ਉਹਦੀ ਵਧੀਆ ਜਿਹੜੀ ਇੰਪਲੀਮੈਂਟੇਸ਼ਨ ਵਾਸਤੇ ਇਹ ਪੱਖ ਸਾਹਮਣੇ ਲਿਆਂਦਾ ਗਿਆ ਵਾ ਕਿ 33% ਸੀਟਾਂ ਨੇ ਜਿਹੜੀਆਂ ਰਾਖਵੀਆਂ ਕੀਤੀਆਂ ਜਾਣ ਔਰਤਾਂ ਦੇ ਲਈ। ਇਸ ਤੋਂ ਇਲਾਵੇ ਜਿਹੜੀ ਇੱਕ ਵੱਡੀ ਗੱਲ ਹੈ, ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ, ਜਿਹੜੀ ਕਿ ਕਿਸੇ ਵੇਲੇ ਦੇਖਣ 'ਚ ਲੱਗਦੀ ਸੀ ਤੇ ਅੱਜ ਸਭ ਤੋਂ ਜ਼ਿਆਦਾ ਜਿਸ ਦਾ ਅਣਹੋਂਦ ਸਾਨੂੰ ਨਜ਼ਰ ਆਉਂਦੀ ਹੈ ਉਹ ਆਉਂਦੀ ਹੈ ਵਿਧਾਨ ਸਭਾ ਸੈਸ਼ਨ ਦੀ। ਤਾਂ ਇਸ ਜਗ੍ਹਾ ਦੇ ਵਿੱਚ ਇਹ ਗੱਲ ਕੀਤੀ ਗਈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ 1 ਸਾਲ ਦੇ ਵਿੱਚ 90 ਦਿਨ ਦਾ ਹੋਣਾ ਚਾਹੀਦਾ ਵੈ। ਕੁੱਲ ਮਿਲਾ ਕੇ ਕਿ 3 ਮਹੀਨੇ ਜਿਹੜੀ ਹੈ ਵਿਧਾਨ ਸਭਾ ਬੈਠਣੀ ਚਾਹੀਦੀ ਹੈ, ਕਿਉਂਕਿ ਅੱਜ ਅਸੀਂ ਦੇਖਦੇ ਹਾਂ ਵਿਧਾਨ ਸਭਾ ਦਾ ਸੈਸ਼ਨ ਜਿਹੜੇ ਬੜੇ ਛੋਟੇ ਕਰ ਦਿੱਤੇ ਗਏ ਨੇ, ਕਿਉਂਕਿ ਹਾਕਮਾਂ ਨੂੰ ਜਿਹੜੀਆਂ ਆਪਣੀਆਂ ਦੂਜੇ ਵਿਰੋਧੀ ਧਿਰ ਨੇ ਜਾਂ ਦੂਜੇ ਐਮਐਲਏ ਨੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਔਖਾ ਹੁੰਦਾ ਵਾ, ਕਿਉਂਕਿ ਹਾਕਮਾਂ ਦਾ ਜਿਹੜਾ ਤਜਰਬਾ ਆਪਾਂ ਦੇਖੀਏ ਹਾਕਮਾਂ ਦੇ ਪੱਖ ਤੋਂ, ਤਾਂ ਉਹਨਾਂ ਨੇ ਜਿਹੜੀਆਂ ਸਰਕਾਰਾਂ ਨੇ ਜਾਂ ਜੋ ਵੀ ਕੰਮਕਾਜ ਕੀਤੇ ਹੁੰਦੇ ਨੇ ਉਹ ਟਵੀਟਰਾਂ ਦੇ ਬਹਿ ਕੇ ਉੱਪਰ ਕੀਤੇ ਹੁੰਦੇ ਆ ਜਾਂ ਜਿਹੜੇ ਆਪਣੇ ਫਾਰਮ ਹਾਊਸਾਂ ਦੇ ਵਿੱਚ ਬੈਠ ਕੇ ਕੀਤੇ ਹੁੰਦੇ ਨੇ। ਜ਼ਮੀਨੀ ਪੱਧਰ ਦੇ ਉੱਪਰ ਉਹਨਾਂ ਕੁਝ ਨਹੀਂ ਕੀਤਾ ਹੁੰਦਾ ਸਿਵਾਏ ਲੋਕਾਂ ਦੇ ਉੱਪਰ ਝੂਠੇ ਪਰਚੇ ਪਾਉਣ ਤੋਂ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਉਹ ਜਿਹੜੇ ਹਾਕਮ ਨੇ ਉਹ ਵਿਧਾਨ ਸਭਾ ਦਾ ਸੈਸ਼ਨ ਛੋਟਾ ਕਰ ਦਿੰਦੇ ਨੇ। ਦੂਜੇ ਪਾਸੇ ਵਿਰੋਧੀ ਧਿਰਾਂ ਵੀ ਇੰਨੀਆਂ ਮਜ਼ਬੂਤ ਨਹੀਂ ਹੈਗੀਆਂ ਕਿ ਜਿਹੜਾ ਇਸ ਗੱਲ ਨੂੰ ਉਠਾ ਸਕਣ, ਕਿਉਂਕਿ ਵਿਰੋਧੀ ਧਿਰਾਂ ਦੇ ਜਿਹੜੇ ਨੇਤਾ ਨੇ ਉਹ ਵੀ ਬਹੁਤ ਜਿਹੜੇ ਕਮਜ਼ੋਰ ਕਿਸਮ ਦੇ ਦਿਖਾਈ ਦਿੰਦੇ ਨੇ। ਜੇ ਆਪਾਂ ਇੱਕ ਅੱਧ ਨੂੰ ਦੱਸ ਦਈਏ, ਕਾਫੀ ਸਮੇਂ ਬਾਅਦ ਸੁਖਪਾਲ ਸਿੰਘ ਖਹਿਰਾ ਜਦੋਂ ਵਿਰੋਧੀ ਧਿਰ ਦਾ ਨੇਤਾ ਬਣਦਾ ਵੈ ਤਾਂ ਇੱਕ ਵਾਰੀ ਉਹਨੇ ਜ਼ਰੂਰ ਦਿਖਾਇਆ ਸੀ ਕਿ ਆਖਿਰ ਵਿਰੋਧੀ ਧਿਰ ਦੀ ਭੂਮਿਕਾ ਹੁੰਦੀ ਕੀ ਹੈ। ਬਾਕੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਦੋ ਰਵਾਇਤੀ ਪਾਰਟੀਆਂ ਦੀ ਜਦੋਂ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ 50-50 ਵਾਲੀ ਜਾਂ 75-25 ਵਾਲੀਆਂ ਜਿਹੜੀਆਂ ਗੇਮਾਂ ਨੇ, ਜਿਨ੍ਹਾਂ ਨੂੰ ਉਹਨਾਂ ਦੇ ਪਾਰਟੀ ਦੇ ਆਪਣੇ ਬੁਲਾਰੇ ਜਾਂ ਪਾਰਟੀ ਪ੍ਰਧਾਨ ਜਿਹੜੇ ਅੱਜ ਬਣ ਚੁੱਕੇ ਨੇ ਉਹ ਵੀ ਕਹਿੰਦੇ ਨੇ ਜਾਂ ਉਹ ਵੀ ਮੰਨਦੇ ਨੇ। ਅਸਲ ਵਿੱਚ ਐਵੇਂ ਹੀ ਹੁੰਦਾ ਹੈ, ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਲੀਡਰਾਂ ਨੂੰ ਸਿਰਫ ਕੈਬਨਿਟ ਰੈਂਕ ਲੈ ਕੇ ਬੈਠਣ ਤੱਕ ਹੀ ਮਤਲਬ ਹੁੰਦਾ ਵੈ, ਜਿਵੇਂ ਇਸ ਵੇਲੇ ਪੰਜਾਬ ਦੇ ਵਿੱਚ ਆਪਾਂ ਦੇਖਦੇ ਪਏ ਹਾਂ ਵਿਰੋਧੀ ਧਿਰ ਦੀ ਭੂਮਿਕਾ ਮੌਜੂਦਾ ਸਮੇਂ ਦੇ ਵਿੱਚ। ਤਾਂ ਇਸ ਤੋਂ ਇਲਾਵਾ ਮੁਫਤਖੋਰੀ ਦੀ ਸਿਆਸਤ ਜਿਸ ਨੇ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਜਕੜ ਕੇ ਰੱਖ ਲਿੱਤਾ ਵਾ। ਕੋਈ ਦਿੱਲੀ ਤੋਂ ਆ ਕੇ ਕਹਿ ਰਿਹਾ ਵਾ ਕਿ ਮੈਂ ਤੁਹਾਨੂੰ 1000 ਰੁਪਇਆ ਮਹੀਨਾ ਦੇਵਾਂਗਾ ਤੇ ਕਦੀ 200 ਯੂਨਿਟ ਬਿਜਲੀ ਦੇਵਾਂਗਾ। ਸਾਡੇ ਇੱਥੋਂ ਦੇ ਜਿਹੜੇ ਆਪਣੇ ਆਪ ਨੂੰ ਲੋਕਲ ਲੀਡਰ ਕਹਾਉਂਦੇ ਨੇ ਉਹ 1000 ਦੀ ਜਗ੍ਹਾ 3000 ਦੀਆਂ ਗੱਲਾਂ ਕਰਦੇ ਨੇ। ਇਸ ਤੋਂ ਇਲਾਵਾ ਬਿਜਲੀ ਦੇ ਜਿਹੜੇ ਯੂਨਿਟ ਹੈ ਉਹ 200 ਦੀ ਜਗ੍ਹਾ 300-400 ਤੱਕ ਵੀ ਚਲੇ ਜਾਣ ਦੀਆਂ ਗੱਲਾਂ ਕਰਦੇ ਨੇ। ਇਹ ਵੀ ਦਲੀਲਾਂ ਦਿੰਦੇ ਨੇ ਕਿ ਭਾਈ ਅਸੀਂ ਜਿਹੜੇ ਬੰਬੀਆਂ ਦੇ ਬਿੱਲ ਫ੍ਰੀ ਕੀਤੇ ਹੋਏ ਨੇ, ਮੁਫਤ ਕੀਤੇ ਹੋਏ ਨੇ, ਤੁਸੀਂ ਦੱਸੋ ਕੀ ਕੀਤਾ। ਤਾਂ ਇਸ ਜਗ੍ਹਾ ਦੇ ਵਿੱਚ ਜਿਹੜੀ ਵੱਡੀ ਗੱਲ ਉਹਨਾਂ ਨੇ ਕੀਤੀ
ਸਾਰੇ ਜਿਹੜੇ ਨੁਮਾਇੰਦੇ ਉੱਥੇ ਸੀ, ਇੱਕ ਸੂਝਵਾਨ ਕਿਸਮ ਦੇ ਨੁਮਾਇੰਦੇ ਉੱਥੇ ਬੈਠੇ ਸੀ। ਉਹਨਾਂ ਨੇ ਗੱਲ ਕੀਤੀ ਕਿ ਜਿਹੜੀ ਮੁਫਤਖੋਰੀ ਦੀ ਰਾਜਨੀਤੀ ਹੈ ਇਸ ਤੋਂ ਜਿਹੜਾ ਛੁਟਕਾਰਾ ਦਿਵਾਉਣਾ ਚਾਹੀਦਾ ਹੈ, ਕਿਉਂਕਿ ਅੱਜ ਜ਼ਰੂਰਤ ਵੀ ਇਸੇ ਗੱਲ ਦੀ ਬਣਦੀ ਹੈ ਕਿ ਅਸੀਂ ਤੁਹਾਨੂੰ ਜੇ ਫ੍ਰੀ ਦੇ ਦਿੱਤਾ ਉਹ ਫ੍ਰੀ ਦੇ ਦਿੱਤਾ, ਇਹਦੇ ਨਾਲ ਕੰਮ ਨਹੀਂ ਚੱਲਦਾ ਪਿਆ। ਤੁਸੀਂ ਇਹ ਦੱਸੋ ਕਿ ਤੁਸੀਂ ਲੋਕਾਂ ਨੂੰ ਰੁਜ਼ਗਾਰ ਕੀ ਦੇ ਰਹੇ ਹੋ। ਤੁਸੀਂ ਮੁਫਤ ਦੀਆਂ ਆਦਤਾਂ ਪਾ ਕੇ ਲੋਕਾਂ ਦੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਖਤਮ ਕਰਦੇ ਪਏ ਹੋ। ਹਾਂ, ਜਿਹੜੀ ਚੀਜ਼ ਮੁਫਤ ਦੇਣ ਦੀ ਜ਼ਰੂਰਤ ਹੈ, ਚਾਹੇ ਉਹ ਪੜ੍ਹਾਈ ਹੈ, ਚਾਹੇ ਉਹ ਹੈਲਥ ਨਾਲ ਸੰਬੰਧਿਤ ਸਮੱਸਿਆਵਾਂ ਨੇ, ਉਸ ਜਗ੍ਹਾ ਦੇ ਉੱਪਰ ਸਰਕਾਰਾਂ ਚੁੱਪ ਨੇ। ਉਸ ਜਗ੍ਹਾ ਦੇ ਉੱਪਰ ਆਪਾਂ ਸਰਕਾਰੀ ਹਸਪਤਾਲਾਂ ਦਾ ਹਾਲ ਦੇਖੀਏ, ਸਰਕਾਰੀ ਸਕੂਲਾਂ ਦਾ ਹਾਲ ਦੇਖੀਏ ਤਾਂ ਸੱਚਾਈ ਕਿਸੇ ਤੋਂ ਲੁਕੀ ਨਹੀਂ ਹੈ। ਤਾਂ ਇੱਕ ਮਹੱਤਵਪੂਰਨ ਇਸ ਜਥੇਬੰਦੀ ਨੇ ਗੱਲ ਕੀਤੀ ਹੈ ਕਿ ਜਿਹੜੀ ਮੁਫਤ ਦੀ ਰਾਜਨੀਤੀ ਆ ਉਹ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਪਰ ਲੋਕਾਂ ਨੂੰ ਇੱਥੇ ਉੱਠਣਾ ਪਏਗਾ ਕਿਉਂਕਿ ਰੁਜ਼ਗਾਰ ਦੀ ਮੰਗ ਕਰਨੀ ਚਾਹੀਦੀ ਹੈ, ਨਾ ਕਿ ਜਿਹੜਾ ਮੁਫਤ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਰੋਟੀਆਂ ਖਾਣ ਦੀ ਆਦਤ ਪਾਣੀ ਚਾਹੀਦੀ ਹੈ। ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਵਾ ਇਹਨਾਂ ਮੁਫਤਖੋਰ ਸਰਕਾਰਾਂ ਦੇ ਐਲਾਨਾਂ ਨੇ। ਇਸ ਤੋਂ ਇਲਾਵਾ ਜਿਹੜੇ ਪਿਛਲੇ 20 ਸਾਲਾਂ ਤੋਂ ਹਾਕਮ ਕਾਬਜ਼ ਰਹੇ ਨੇ, ਉਹਨਾਂ ਦੀਆਂ ਜਾਇਦਾਦਾਂ ਦੀ ਜਿਹੜੀ ਹੈ ਜਾਂਚ ਕਰਨ ਦੀ ਗੱਲ ਵੀ ਇਸ ਜਥੇਬੰਦੀ ਨੇ ਕੀਤੀ ਹੈ। ਤੇ ਇਹ ਵੀ ਗੱਲ ਕੀਤੀ ਹੈ ਕਿ ਲੋਕਪਾਲ ਨੂੰ ਸਿਓ ਮੋਟੋ ਐਕਸ਼ਨ ਲੈਣ ਦੀ ਜਿਹੜੀ ਹੈ ਪਾਵਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਗੱਲਾਂ ਵੀ ਨੇ ਜਿਹੜੀਆਂ ਇਸ ਜਥੇਬੰਦੀ ਨੇ ਕੀਤੀਆਂ ਨੇ। ਤਾਂ ਹੁਣ ਆਪਾਂ ਦੇਖਦੇ ਪਏ ਕਿ ਜਥੇਬੰਦੀ ਦੀ ਆਪਣੀ ਕੱਲ੍ਹ ਦੀ ਮੀਟਿੰਗ ਕਰਕੇ ਵਾਪਸ ਹਟ ਜਾਂਦੀ ਹੈ। ਹੁਣ ਇਸ ਤੋਂ ਅਗਲਾ ਪ੍ਰਭਾਵ ਕੀ ਪਏਗਾ? ਇਸ ਤੋਂ ਅਗਲੇ ਪ੍ਰਭਾਵ ਦੀ ਅਸੀਂ ਜੇ ਗੱਲ ਕਰੀਏ ਤਾਂ ਇਹ ਮੁੱਦੇ ਜਿਹੜੇ ਨੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਚੱਲਦੇ ਪਏ ਨੇ। ਸਿਰਫ ਇੱਕ ਬੱਬੂ ਮਾਨ ਦੇ ਨਾਮ ਦੇ ਨਾਲ ਇਹ ਮੁੱਦੇ ਜਿਹੜੇ ਨੇ ਇੱਕ ਵਾਰੀ ਫੇਰ ਹਾਈਲਾਈਟ ਹੋ ਜਾਂਦੇ ਨੇ, ਆਪਾਂ ਕਹਿ ਸਕਦੇ ਹਾਂ। ਤਾਂ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਦੋ ਗੱਲਾਂ ਦੇਖਣੀਆਂ ਹੁੰਦੀਆਂ ਨੇ, ਇੱਕ ਹੁੰਦੀ ਹੈ ਨੀਅਤ, ਇੱਕ ਹੁੰਦੀ ਹੈ ਨੀਤੀ। ਜਿਹੜੀਆਂ ਨੀਤੀਆਂ ਦੀ ਆਪਾਂ ਗੱਲ ਕਰੀਏ, ਚਾਹੇ ਇਸ ਜਥੇਬੰਦੀ ਦੀਆਂ ਨੇ, ਉਹ ਠੀਕ ਨੇ, ਉਹਨਾਂ ਦੇ ਵਿੱਚ ਕੋਈ ਵੀ ਜਿਹੜੀ ਹੈ ਟਿੱਪਣੀ ਕਰਨੀ ਵਾਜਬ ਨਹੀਂ ਹੋਵੇਗੀ। ਪਰ ਹਾਂ, ਨੀਅਤ ਦੀ ਆਪਾਂ ਜੇ ਗੱਲ ਕਰੀਏ ਤਾਂ ਇੱਥੇ ਜ਼ਰੂਰੀ ਹੈ ਕਿ ਜੇ ਇਹ ਜਥੇਬੰਦੀ ਚੋਣਾਂ ਦੇ ਵਿੱਚ ਆਉਂਦੀ ਹੈ, ਚੋਣਾਂ ਲੜਦੀ ਹੈ, ਜਿਹੜੇ ਕਿਰਦਾਰ ਦੇ ਨਾਲ ਅੱਜ ਉਹ ਇਹ ਗੱਲਾਂ ਕਰਦੇ ਪਏ ਨੇ ਉਹ ਕਿਰਦਾਰ ਨੂੰ ਬਹਾਲ ਰੱਖਿਆ ਜਾਵੇ, ਤਾਂ ਹੀ ਮਤਲਬ ਆਪਾਂ ਸਮਝਾਂਗੇ ਕਿ ਲੋਕਾਂ ਦੇ ਨਾਲ ਨਿਆਂ ਹੋ ਪਾਵੇਗਾ। ਕਿਉਂਕਿ ਅਸੀਂ ਪੁਰਾਣਾ ਜਿਹੜਾ ਤਜਰਬਾ ਦੇਖੀਏ, ਪੁਰਾਣੇ ਤਜਰਬੇ ਦੇ ਵਿੱਚ ਆਪਾਂ ਦੇਖਦੇ ਹਾਂ, ਚਾਹੇ ਕੋਈ ਗਾਇਕ ਹੋਵੇ, ਚਾਹੇ ਕੋਈ ਫਿਲਮ ਅਭਿਨੇਤਾ ਹੋਵੇ, ਚਾਹੇ ਕੋਈ ਕ੍ਰਿਕਟਰ ਹੋਵੇ, ਉਹਨਾਂ ਨੇ ਆਪਣਾ ਜਿਹੜਾ ਵਾ ਪ੍ਰਸਿੱਧੀ ਹੈ ਉਹਨੂੰ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਵਰਤਿਆ ਵਾ। ਅਸੀਂ ਦੇਖਦੇ ਪਏ ਹਾਂ ਕਿ ਉਹਨਾਂ ਦਾ ਜਿਹੜਾ ਝੁਕਾਵ ਹੈ ਆਪਣੀਆਂ ਪੈਨਸ਼ਨਾਂ ਤੱਕ ਜਾਂ ਆਪਣੀਆਂ ਪਾਵਰਾਂ ਤੱਕ ਹੈ। ਕੋਈ 20-25 ਸਾਲ ਦੇ ਵਿੱਚ 3-4 ਵਾਰੀ MP ਬਣ ਕੇ ਵੀ ਅਜੇ ਵੀ ਇਹ ਗੱਲਾਂ ਕਰਦਾ ਪਿਆ ਕਿ ਮੇਰੇ ਹੱਥ 'ਚ ਪਾਵਰ ਆ ਗਈ ਤਾਂ ਮੈਂ ਇਹ ਕਰ ਦਿਆਂਗਾ। ਕੋਈ ਗੁਰਦਾਸਪੁਰ ਤੋਂ ਜਿੱਤ ਕੇ ਫਿਲਮ ਅਭਿਨੇਤਾ ਉੱਥੇ ਜਾ ਕੇ ਬੈਠ ਜਾਂਦਾ ਵੈ। ਇਸ ਤੋਂ ਇਲਾਵਾ ਜੇ ਆਪਾਂ ਦੇਖਦੇ ਪਏ ਹਾਂ, ਜਿਹੜਾ ਫਿਲਮ ਅਭਿਨੇਤਾ ਨੇ ਉਹਨਾਂ ਦਾ ਜਿਹੜਾ ਕਿਰਦਾਰ ਹੈ ਇਸ ਅੰਦੋਲਨ ਦੇ ਵਿੱਚ ਸਾਰਿਆਂ ਦਾ ਪਤਾ ਲੱਗ ਜਾਂਦਾ ਵੈ। ਜੇ ਅਸੀਂ ਗਾਇਕਾਂ ਦੇ ਪੱਖ ਤੋਂ ਦੇਖੀਏ ਤਾਂ ਉਹਨਾਂ ਨੇ ਵੀ ਕੋਈ ਬਹੁਤੀ ਭਲੀ ਨਹੀਂ ਗੁਜ਼ਾਰੀ। ਪੰਜਾਬ ਦੇ ਗਾਇਕਾਂ ਦੀ ਅਸੀਂ ਗੱਲ ਕਰੀਏ ਤਾਂ ਹੰਸਰਾਜ ਵਰਗਾ ਜਿਹੜਾ ਸਿਆਸੀ ਰੁਤਬੇ ਲੈ ਕੇ, ਕੈਬਨਿਟ ਰੈਂਕ ਲੈ ਕੇ ਅੱਜ ਕਿਸਾਨ ਵਿਰੋਧੀ ਗੱਲਾਂ ਕਰਦਾ ਸਾਨੂੰ ਨਜ਼ਰ ਆਇਆ ਸੀ ਕਿਸਾਨੀ ਸੰਘਰਸ਼ ਦੇ ਵਿੱਚ। ਜੇ ਮਾਨਸੇ ਆਪਾਂ ਮਾਲਵੇ ਦੇ ਵਿੱਚ ਇੱਕ ਗਾਇਕ ਹੈ ਜਿਹਦਾ ਕਾਫੀ ਉੱਥੇ ਆਪਾਂ ਕਹੀਏ ਉੱਥੇ ਆਧਾਰ ਰਿਹਾ ਵੈ ਗਾਇਕੀ ਦੇ ਵਿੱਚ, ਚਾਹੇ ਕਿ ਉਹ ਪਹਿਲੀ ਕਤਾਰ ਦਾ ਕਦੇ ਵੀ ਉਹਨੂੰ ਗਾਇਕ ਨਹੀਂ ਮੰਨਿਆ ਗਿਆ, ਮੁਹੰਮਦ ਸਦੀਕ। ਉਹਦਾ ਵੀ ਕਦੀ ਇਹੀ ਬਹਾਨਾ ਰਿਹਾ ਕਿ ਕਦੀ ਮੇਰਾ ਮੋਢਾ ਉਤਰ ਗਿਆ ਤੇ ਕਦੀ ਮੇਰੀ ਲੱਤ ਦੁਖਦੀ ਹੈ। ਸਕਾਰਾਤਮਕ ਭੂਮਿਕਾ ਉਸ ਨੇ ਵੀ ਨਹੀਂ ਨਿਭਾਈ। ਇਸ ਤੋਂ ਇਲਾਵਾ ਜੇ ਆਪਾਂ ਗਾਇਕਾਂ ਦਾ ਦੇਖੀਏ ਕਿ ਉਹਨਾਂ ਨੂੰ ਸਫਲਤਾ ਮਿਲਣ ਦੇ ਚਾਂਸਿਸ ਕਿੰਨੇ ਕੁ ਹੁੰਦੇ ਨੇ, ਤਾਂ ਮੈਨੂੰ ਯਾਦ ਹੈ ਕਿ ਕੁਲਦੀਪ ਮਾਣਕ ਜਿਹਦੀ ਲੋਕਾਂ ਦੇ ਵਿੱਚ ਕਾਫੀ ਇੱਜ਼ਤ ਸੀ, ਚੋਣਾਂ ਦੇ ਵਿੱਚ ਜਿੱਤ ਉਹਨੂੰ ਵੀ ਨਸੀਬ ਨਹੀਂ ਸੀ ਹੋਈ। ਹੰਸਰਾਜ ਵੀ ਜਿਹੜਾ ਚੋਣਾਂ ਹਾਰ ਜਾਂਦਾ ਨੇ। ਇਸ ਵੇਲੇ ਵੀ ਜੇ ਆਪਾਂ ਦੇਖੀਏ ਕਿ ਜੋ ਮਤਲਬ ਜਿਹੜੇ ਗਾਇਕ ਨੇ ਉਹ ਉਤਾਵਲੇ ਹੋਏ ਪਏ ਨੇ ਸਿਆਸੀ ਪਾਰਟੀਆਂ ਦੇ ਵਿੱਚ ਆਉਣ ਲਈ, ਚਾਹੇ ਉਹਦੇ ਵਿੱਚ ਮਿਸ ਪੂਜਾ ਦੀ ਗੱਲ ਕਰ ਲਈਏ ਕਿ ਉਹਦੇ ਬਾਰੇ ਵੀ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਉਹ ਜਿਹੜੀ ਆ ਭਾਜਪਾ ਦੇ ਵਿੱਚ ਆਉਣ ਨੂੰ ਕਾਹਲੀ ਹੈ। ਇਸ ਤੋਂ ਇਲਾਵਾ ਗਗਨ ਅਨਮੋਲ ਦੀ ਗੱਲ ਕਰ ਲਈਏ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਸੀਟ ਵੀ ਹਾਸਲ ਕਰ ਲਿੱਤੀ ਹੈ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲ ਹੈ, ਚਾਹੇ ਕਿ ਉਹਦੀ ਰੈਲੀ ਦੇ ਵਿੱਚ ਲੋਕਾਂ ਦੇ ਉੱਪਰ ਲਾਠੀਆਂ ਚੱਲਦੀਆਂ ਪਈਆਂ ਨੇ, ਉਹ ਵੀ ਚੋਣਾਂ ਵਾਸਤੇ ਉਹਨੇ ਵੀ ਬਿਗਲ ਵਜਾ ਦਿੱਤਾ ਵਾ। ਇਸ ਤੋਂ ਇਲਾਵਾ ਹੋਰ ਵੀ ਬੜੇ ਜਿਹੜੇ ਗਾਇਕ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਵਾ। ਤਾਂ ਇੱਥੇ ਦੇਖਣਾ ਇਹ ਹੋਏਗਾ ਕਿ ਕੀ ਜਿਹੜੀ ਅਜੋਕੀ ਰਾਜਨੀਤੀ ਹੈ ਉਹ ਇਹਨਾਂ ਗਾਇਕਾਂ ਦੇ ਵਿੱਚੋਂ ਨਿਕਲੇਗੀ, ਕਿ ਇਹ ਜਿਹੜੇ ਗਾਇਕ ਨੇ ਪੰਜਾਬ ਦੀ ਸਿਆਸਤ ਵਿੱਚ ਆਣ ਕੇ ਪੰਜਾਬ ਦੇ ਸਮਾਜ ਨੂੰ ਕੋਈ ਸਹੀ ਸੇਧ ਦੇ ਸਕਦੇ ਨੇ। ਇਹ ਬੜੇ ਵੱਡੇ ਪੱਖ ਨੇ ਜਿਹੜੇ ਲੋਕਾਂ ਨੂੰ ਵੀ ਵਿਚਾਰਨੇ ਪੈਣਗੇ। ਤੇ ਇਹਨਾਂ ਜਿਹੜੇ ਗਾਇਕ ਨੇ ਜਿਹੜੇ ਹੁਣ ਇਸ ਵੇਲੇ ਗੱਲਾਂ ਕਰਦੇ ਪਏ ਨੇ ਸਿਆਸਤ ਦੇ ਵਿੱਚ ਆਉਣ ਦੀਆਂ,
ਤਾਂ ਉਹਨਾਂ ਨੂੰ ਵੀ ਇਹ ਗੱਲ ਕਰਨੀ ਪਏਗੀ ਕਿ ਨੀਤੀਆਂ ਦੇ ਨਾਲ ਨੀਅਤ ਵੀ ਆਪਣੀ ਠੀਕ ਰੱਖਣ, ਪੁਰਾਣਾ ਤਜਰਬਾ ਕਿਤੇ ਨਾ ਦੁਹਰਾਉਣ, ਕਿਉਂਕਿ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਜਿਹੜਾ ਵਾ ਇਹਨਾਂ ਪ੍ਰਸਿੱਧ ਹਸਤੀਆਂ ਦੇ ਉੱਪਰੋਂ ਉੱਠਦਾ ਜਾ ਰਿਹਾ ਵਾ ਇਸ ਅੰਦੋਲਨ ਦੇ ਵਿੱਚ, ਖਾਸ ਕਰਕੇ ਜੋ ਇਹਨਾਂ ਨੇ ਭੂਮਿਕਾ ਅਦਾ ਕੀਤੀ ਹੈ। ਪਰ ਕੁੱਲ ਮਿਲਾ ਕੇ ਅਸੀਂ ਇਹ ਗੱਲ ਕਰਦੇ ਹਾਂ ਕਿ ਇਸ ਜਥੇਬੰਦੀ ਨੇ ਜਿਹੜੇ ਨੁਕਤੇ ਉਠਾਏ ਨੇ ਉਹ ਕਾਬਲੇ ਤਾਰੀਫ ਨੇ, ਜ਼ਮੀਨੀ ਪੱਧਰ ਦੇ ਉੱਪਰ ਉਹ ਲਾਗੂ ਹੋਣੇ ਚਾਹੀਦੇ ਹਨ। ਤਾਂ ਇਸ ਤੋਂ ਇਲਾਵਾ ਜਿਹੜਾ ਵਾ ਦੇਖਣਾ ਹੋਏਗਾ ਕਿ ਇਹ ਜਿਹੜੀ ਜਥੇਬੰਦੀ ਹੈ ਜਾਂ ਅਜਿਹੀਆਂ ਜਥੇਬੰਦੀਆਂ ਜੇ ਸਾਨੂੰ ਹੋਰ ਵੀ ਨਜ਼ਰ ਆ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਸਿਆਸਤ ਦੇ ਸਮੀਕਰਨ ਕਿਸ ਤਰ੍ਹਾਂ ਬਦਲਦੀਆਂ ਹਨ। ਤਾਂ ਨਵੀਂ ਆਮਦ ਦੇ ਨਾਲ ਹੀ ਇੱਕ ਆਪਾਂ ਗੱਲ ਕਰ ਲੈਂਦੇ ਹਾਂ ਕਿਸਾਨਾਂ ਦੀ ਵੀ। ਕਿਸਾਨ ਨੇਤਾ ਨੇ ਜਿਹੜੇ ਦਿੱਲੀ ਤੋਂ ਚਾਲੇ ਪਾ ਕੇ ਆਪੋ ਆਪਣੇ ਸੂਬਿਆਂ ਨੂੰ ਵਾਪਸ ਜਾ ਚੁੱਕੇ ਨੇ ਜਾਂ ਜਾ ਰਹੇ ਹਨ। ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ, ਪੰਜਾਬ ਦੇ ਪੱਖ ਤੋਂ ਗੱਲ ਕਰੀਏ ਤਾਂ ਰਾਜੇਵਾਲ ਸਾਹਿਬ ਦੀ ਭੂਮਿਕਾ ਹੋਵੇ ਜਾਂ ਜਿਹੜੇ ਉਗਰਾਹਾਂ ਸਾਹਿਬ ਨੇ ਉਹਨਾਂ ਦੀ ਭੂਮਿਕਾ ਹੋਵੇ, ਇੱਕ ਵੱਡਮੁੱਲੀ ਭੂਮਿਕਾ ਰਹੀ ਹੈ। ਇਸੇ ਤਰ੍ਹਾਂ ਹਰਿਆਣਾ ਦੇ ਆਪਾਂ ਚੜੂਨੀ ਸਾਹਿਬ ਦੀ ਗੱਲ ਕਰ ਲਈਏ ਜਾਂ ਟਕੈਤ ਸਾਹਿਬ ਦੀ ਗੱਲ ਕਰ ਲਈਏ, ਤਾਂ ਹੁਣ ਗੱਲ ਇੱਥੇ ਆਣ ਕੇ ਨਿਬੜਦੀ ਪਈ ਹੈ ਕਿ ਕੀ ਚੋਣਾਂ ਦੇ ਵਿੱਚ ਉਹਨਾਂ ਦੀ ਭੂਮਿਕਾ ਕੀ ਹੋਵੇਗੀ, ਕਿਉਂਕਿ ਇਹ ਗੱਲਾਂ ਚੱਲਦੀਆਂ ਪਈਆਂ ਨੇ। ਕਿਉਂਕਿ ਜਿਹੜੇ ਚੜੂਨੀ ਸਾਹਿਬ ਨੇ ਹਰਿਆਣਾ ਵਾਲੇ, ਉਹਨਾਂ ਨੇ ਖੁਦ ਚੋਣਾਂ ਲੜੀਆਂ ਵੀ ਨੇ, ਚਾਹੇ ਕਿ ਸਫਲਤਾ ਹਾਸਲ ਨਹੀਂ ਹੋਈ, ਪਰ ਉਹਨਾਂ ਦਾ ਪਹਿਲੇ ਦਿਨ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ ਹਨ, ਸਾਨੂੰ ਸੱਤਾ ਆਪਣੇ ਹੱਥਾਂ ਦੇ ਵਿੱਚ ਲੈਣੀ ਚਾਹੀਦੀ ਹੈ। ਕਿਉਂਕਿ ਜਿੰਨਾ ਚਿਰ ਜਿਹੜੀ ਸੱਤਾ ਹੈ ਉਹ ਕਾਮਿਆਂ ਦੇ ਹੱਥਾਂ ਦੇ ਵਿੱਚ ਨਹੀਂ ਆਉਂਦੀ, ਜਿਹੜੇ ਪੂੰਜੀਪਤੀ ਨੇ ਉਹਨਾਂ ਦਾ ਜਿਹੜਾ ਸ਼ੋਸ਼ਣ ਕਰਦੇ ਰਹਿਣਗੇ। ਤਾਂ ਜਿਹੜੇ ਚੜੂਨੀ ਸਾਹਿਬ ਸੀ ਉਹਨਾਂ ਨੇ ਚੋਣਾਂ ਲੜਨ ਦੀ ਹਮੇਸ਼ਾ ਹਮਾਇਤ ਕੀਤੀ। ਹੁਣ ਆਪਾਂ ਦੇਖਦੇ ਪਏ ਕਿ ਰਾਜੇਵਾਲ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਇੱਕ ਵੱਡਾ ਸਥਾਨ ਰੱਖਦੇ ਨੇ, ਉਹਨਾਂ ਨੇ ਚੋਣਾਂ ਲੜਨ ਚਾਹੇ ਨਾ ਲੜਨ ਦੇ ਲਈ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕਿਉਂਕਿ ਇੱਕ ਬਿਆਨ ਵੀ ਆਪਾਂ ਦੇਖੀਏ ਤਾਂ ਪਹਿਲਾਂ ਜਾਰੀ ਹੁੰਦਾ ਵਾ ਕਿ ਜੇ ਅਸੀਂ ਚਾਹੀਏ ਤਾਂ 2 ਮਿੰਟਾਂ ਦੇ ਵਿੱਚ ਅੰਦੋਲਨਕਾਰੀਆਂ ਨੂੰ ਇੱਥੋਂ ਭਜਾ ਸਕਦੇ ਹਾਂ, 2 ਮਿੰਟਾਂ 'ਚ ਅੰਦੋਲਨ ਖਾਲੀ ਕਰਵਾ ਸਕਦੇ ਹਾਂ। ਇਹ ਬਿਆਨ ਮਿਸ਼ਰਾ ਪਰਿਵਾਰ ਵੱਲੋਂ ਆਇਆ ਸੀ। ਪਰ ਸਭ ਤੋਂ ਮੰਦਭਾਗੀ ਗੱਲ ਇਹਦੇ ਵਿੱਚ ਇਹ ਹੈ ਕਿ 3 ਅਕਤੂਬਰ ਤੋਂ ਲੈ ਕੇ ਨਵੰਬਰ ਵੀ ਜਾਂਦਾ, ਦਸੰਬਰ ਵੀ ਜਾਂਦਾ ਵਾ, ਉਹ ਜਿਹੜਾ ਮੰਤਰੀ ਹੈ ਅਜੇ ਕੁਮਾਰ ਮਿਸ਼ਰਾ ਅੱਜ ਵੀ ਕੁਰਸੀ ਦੇ ਉੱਪਰ ਬੈਠਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰਦੇ ਪਏ ਹਾਂ। ਤਾਂ ਉਸ ਮੰਤਰੀ ਨੂੰ ਹੁਣ ਉਤਾਰਨ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ। ਪਰ ਕੁੱਲ ਮਿਲਾ ਕੇ ਜਿਹੜਾ ਵਾ ਇੱਕ ਵਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਕਮੇਟੀ ਨੇ ਹਾਲ ਦੀ ਘੜੀ ਕਰ ਦਿੱਤਾ ਵਾ ਕਿ ਇਹ ਜਿਹੜੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਿਹਦੇ ਵਿੱਚ ਕਿਸਾਨਾਂ ਨੂੰ ਅਨਿਆਈ ਮੌਤ ਮਾਰਿਆ ਗਿਆ ਵਾ, ਤਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਜਿਹੜੇ ਪਰਚੇ ਕੱਟੇ ਗਏ ਨੇ ਉਹ ਧਾਰਾ 304A ਦੇ ਵਿੱਚ ਕੱਟੇ ਗਏ ਸ਼ੁਰੂਆਤੀ, ਜਿਹਦੇ ਵਿੱਚ ਸਜ਼ਾ ਸਿਰਫ ਜਿਹੜੀ 2-3 ਸਾਲ ਦਾ ਪ੍ਰਾਵਧਾਨ ਹੈ, ਜਦ ਕਿ ਇੱਥੇ ਹੱਕ ਜਿਹੜਾ ਸੀ ਜਾਂ ਕਾਨੂੰਨ ਮੁਤਾਬਿਕ ਪਰਚੇ 302, 307 ਜਾਂ ਸੈਕਸ਼ਨ 34, ਇਸ ਤੋਂ ਇਲਾਵਾ ਆਰਮਜ਼ ਐਕਟ ਦੀ ਆਪਾਂ ਗੱਲ ਕਰਨ ਦੀ ਉਹ ਲਗਾ ਕੇ ਇੱਥੇ ਸਾਰੀ ਕਾਰਵਾਈ ਹੁਣ ਲੱਗਦਾ ਪਿਆ ਕਿ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ। ਤਾਂ ਕੁੱਲ ਮਿਲਾ ਕੇ ਜਿਹੜਾ ਕੇਂਦਰ ਸਰਕਾਰ ਦਾ ਇੱਕ ਕਰੂਰ ਚਿਹਰਾ ਇਸ ਜਗ੍ਹਾ ਦੇ ਉੱਪਰ ਆਇਆ ਵੈ, ਇਸ ਨੂੰ ਲੈ ਕੇ ਜਿਹੜੇ ਵਿਰੋਧੀ ਧਿਰਾਂ ਨੇ ਵੀ ਜਿਹੜੀ ਆ ਹੁਣ ਆਪਣੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਰਾਹੁਲ ਗਾਂਧੀ ਨੇ ਵੀ ਕੱਲ੍ਹ ਇਹ ਗੱਲ ਕਰ ਦਿੱਤੀ ਹੈ ਕਿ ਭਾਈ ਮੁੱਖ ਮੰਤਰੀ ਯੂਪੀ ਦੇ ਨਾਲ ਜਿਹੜੀ ਹੈ ਕਿਤੇ ਨਾ ਕਿਤੇ ਸਰਕਾਰ ਕੇਂਦਰ ਦੀ ਵੀ ਦੋਸ਼ੀ ਹੈ ਤੇ ਮੋਦੀ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਰੇ ਮਸਲੇ ਦੇ ਉੱਪਰ। ਤਾਂ ਕੁੱਲ ਮਿਲਾ ਕੇ ਜਿਹੜੇ ਅੰਦੋਲਨਕਾਰੀਆਂ ਨੂੰ ਵੱਖ-ਵੱਖ ਭੈੜੇ ਨਾਵਾਂ ਦੇ ਨਾਲ ਕੇਂਦਰ ਸਰਕਾਰ ਵੱਲੋਂ ਜਾਂ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਸੀ, ਉਹਨਾਂ ਦਾ ਜਿਹੜਾ ਮੀਡੀਆ ਗਰੁੱਪ ਸੀ, ਪ੍ਰਚਾਰਿਆ ਜਾ ਰਿਹਾ ਸੀ, ਉਹਨਾਂ ਸਾਰਿਆਂ ਦੇ ਉੱਪਰ ਲਗਾਮ ਲੱਗ ਜਾਂਦੀ ਹੈ। ਸਿੱਟ ਦੀ ਇਸ ਰਿਪੋਰਟ ਦੇ ਨਾਲ ਸੱਚਾਈ ਸਾਹਮਣੇ ਆ ਜਾਂਦੀ ਹੈ ਕਿ ਕੌਣ ਵੱਖਵਾਦੀ ਹੈ, ਕੌਣ ਅੱਤਵਾਦੀ ਹੈ ਤੇ ਕੌਣ ਸਰਕਾਰੀ ਅੱਤਵਾਦੀ ਹੈ। ਇਹ ਸਾਰਾ ਜਿਹੜੀ ਆ ਇਸ ਰਿਪੋਰਟ ਤੋਂ ਸਾਨੂੰ ਸਮਝ ਲੱਗਣੀ ਸ਼ੁਰੂ ਹੋ ਜਾਂਦੀ ਹੈ। ਤਾਂ ਕੁੱਲ ਮਿਲਾ ਕੇ ਦੇਖਣਾ ਹੋਏਗਾ ਕਿ ਹੁਣ ਜਿਹੜੀ ਨਿਆਂਪਾਲਿਕਾ ਹੈ ਇਹਦੇ ਵਿੱਚ ਆਪਣੀ ਭੂਮਿਕਾ ਕਿਸ ਤਰ੍ਹਾਂ ਦੀ ਨਿਭਾਉਂਦੀ ਹੈ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਜਸਟਿਸ ਰਕੇਸ਼ ਕੁਮਾਰ ਜੈਨ ਸਨ, ਉਹਨਾਂ ਨੇ ਜਿਹੜਾ ਆਪਣੀ ਭੂਮਿਕਾ ਅਦਾ ਕਰ ਦਿੱਤੀ ਹੈ। ਹੁਣ ਮਸਲਾ ਜਿਹੜਾ ਵੈ ਉੱਥੋਂ ਦੀ ਜਿਹੜੀ ਲੋਕਲ ਕੋਰਟ ਹੈ, ਜੂਰੀਡਿਕਸ਼ਨ ਹੈ ਜਿਸ ਕੋਰਟ ਦੇ ਕੋਲ, ਉਹਦੀ ਮਤਲਬ ਆਪਾਂ ਕਹਿ ਲਈਏ ਕਿ ਪਾਲੇ ਦੇ ਵਿੱਚ ਹੋਏਗਾ ਕਿ ਉੱਥੇ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹਿੰਦੀ ਹੈ।